ਉਹ ਆਪਣੇ ਡੇਰੇ ਨਾਲ ਜੋੜਦਾ, ਉਹ ਆਪਣੇ ਡੇਰੇ ਨਾਲ ਬੰਦੇ ਬੰਨ੍ਹ ਕੇ ਰੱਖਦਾ, ਇਹ ਸਮਝੋ ਉਹ ਨਕਲੀ ਆ। ਜਿਹੜਾ ਮਹਾਂਪੁਰਸ਼ ਜਾਂ ਚੰਗਾ ਵਿਅਕਤੀ ਆ ਅੰਮ੍ਰਿਤ ਛਕਾਉਣ ਵਾਲੇ ਡਾਇਰੈਕਟ ਅਕਾਲ ਤਖਤ ਸਾਹਿਬ ਨਾਲ ਜੋੜਦਾ, ਉਹ ਵਿਅਕਤੀ ਸਹੀ ਆ, ਉਹ ਸਹੀ ਆ। ਲੇਕਿਨ ਦੂਜੇ ਪਾਸੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਬੈਠੇ ਉਹ ਇਹਨਾਂ ਦੀਆਂ ਮੁੱਠੀ ਚਾਪੀ ਕਰਦੇ ਥੈਲੀਆਂ ਲੈਣ ਦੀ ਖਾਤਰ। ਉਹ ਬਲ ਸਾਹਿਬ ਇੱਕ ਜਿੱਦਾਂ ਨਾ ਕਹਿੰਦੇ ਵੀ ਬੀ ਮਾੜਾ ਹੋ ਸਕਦਾ ਵਾ, ਮਾੜਾ ਹੋ ਸਕਦਾ, ਪਰ ਉਹਦਾ ਨਾਮ ਮਾੜਾ ਨਹੀਂ। ਜਿਹੜਾ ਅਕਾਲ ਤਖਤ ਆ ਉਹਦਾ ਸਿਧਾਂਤ ਗੁੱਡ ਆ, ਵਧੀਆ, ਸਭ ਤੋਂ ਬਿਹਤਰ ਹੈ। ਪਰ ਜੇ ਉੱਥੇ ਕੋਈ ਬੈਠਾ ਕਿਸੇ ਨੇ ਉਹਨੂੰ ਬਹਾਲ ਦਿੱਤਾ ਸੇਵਾ ਲਈ, ਉਹ ਰੱਬ ਨਹੀਂ ਹੈਗਾ। ਫਿਰ ਦੇਖੋ ਇਹ ਗੁਰੂਦੁਆਰੇ ਜਿਹੜੇ ਇਹਨਾਂ ਦੇ ਵੀ ਆ, ਉੱਥੇ ਮਾਇਆ ਨੂੰ ਖਿੱਚਣ ਵਾਸਤੇ, ਲੋਕਾਂ ਨੂੰ ਖਿੱਚਣ ਵਾਸਤੇ ਸਾਰੇ ਗੁਰਦੁਆਰਿਆਂ ਵਰਗੀ ਸ਼ਕਲ ਹੈ। ਸੋਹਣੇ ਗੁਰਦੁਆਰੇ ਬਣਾਏ, ਡੇਰੇ ਜਿਹੜੇ ਬਣਾਉਂਦੇ ਆ, ਲੇਕਿਨ ਮਰਿਆਦਾ ਦੇ ਉਲਟ ਜਾ ਕੇ ਨਿਸ਼ਾਨ ਸਾਹਿਬ ਇਹਨਾਂ ਨੇ ਇਹ ਲਾਉਣਾ। ਹੈਲੋ ਚ ਨਹੀਂ ਆਉਂਦੇ। ਹੈਲੋ ਹਾਂਜੀ ਬਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਕਸ਼ਮੀਰ ਸਿੰਘ ਬੋਲ ਰਿਹਾ ਜੀ, ਡਰਬੀ ਤੋਂ। ਹਾਂ ਕਸ਼ਮੀਰ ਸਾਹਿਬ ਜੀ ਬੋਲੋ। ਤੁਸੀਂ ਡਰਬੀ ਤੋਂ ਕੀ ਬੋਲ ਰਹੇ ਚਾਹੁੰਦੇ ਜੀ? ਤੁਸੀਂ ਡਰਬੀ ਤੋਂ ਬਲ ਸਾਹਿਬ? ਹਾਂ ਬਾਲ ਸਾਹਿਬ ਦਾ ਜਿਹੜਾ ਸਾਰਾ ਜੀ ਉਹ ਡਰਬੀ ਆ, ਇਹਨਾਂ ਦਾ ਪਰਿਵਾਰ। ਜੀ 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 ਬਲ ਸਾਹਿਬ ਇਹ ਗੁਰਦੁਆਰੇ ਦੇ ਪ੍ਰਧਾਨ ਵੀ ਸਾਡੇ ਇੱਥੇ। ਅੱਛਾ ਜੀ, ਓਕੇ ਓਕੇ। ਇਹਨਾਂ ਨਾਲ ਗੱਲ ਕਰਦਾ ਸੀ ਬਲ ਸਾਹਿਬ, ਜੇ ਤੁਹਾਡੇ ਗੁਰਦੁਆਰੇ ਜੇ ਜਾਂਦੇ ਰਹੇ ਦਰਸ਼ਨ ਕਰਦੇ ਨੇ ਅਸੀਂ, ਹਾਂਜੀ, ਤੇ ਉੱਥੇ ਜਿਹੜੇ ਸੇਵਾਦਾਰ ਤੁਸੀਂ ਰੱਖੇ ਲੰਗਰ ਦੀ ਸੇਵਾ ਵਾਸਤੇ, ਇਹ ਬਾਲ ਸਾਹਿਬ ਐਕਚੁਅਲੀ ਡਰਬੀ ਪ੍ਰਧਾਨ ਨਹੀਂ ਗੇ ਜੀ, ਇਹ ਇੱਥੇ ਆ ਗੁਰਦੁਆਰਾ ਮੀਰੀ ਪੀਰੀ ਸਾਹਿਬ। ਹੈਲੋ ਜਿਹੜਾ ਉਹਨਾਂ ਨੂੰ ਕੋਈ ਗਲਤ ਫਹਿਮੀ ਸੀ, ਕਹਿੰਦੇ ਬਾਲ ਸਾਹਿਬ ਜਿਹੜੇ ਡਰਬੀ ਪ੍ਰਧਾਨ ਨੇ ਉਹ ਆਪਣੇ ਹੈਗਾ ਮੁੰਡਾ ਬਲ ਹੈਗਾ। ਹਾਂਜੀ, ਤੇ ਉਹ ਗਲਤ ਫਹਿਮੀ ਹੈ। ਹਾਂਜੀ, ਤੇ ਜਿਹੜਾ ਜਿਵੇਂ ਆਪਾਂ ਵਿਚਾਰ ਕਰ ਰਹੇ ਸੀ, ਗੁਰੂ ਸਾਹਿਬਾਂ ਨੇ ਵੀ ਸਾਨੂੰ ਰੱਬ ਨਾਲ ਜੋੜਿਆ, ਡਾਇਰੈਕਟ ਅਕਾਲ ਪੁਰਖ ਨਾਲ ਜੋੜਿਆ। ਅਕਾਲ ਪੁਰਖ ਜਿਹੜਾ ਵਾ ਉਹ ਰੱਬ ਆ। ਰੱਬ ਦੇ ਕੋਈ ਕਹਿੰਦੇ ਆ ਵੀ ਉਹਨੂੰ ਕੋਈ ਦੇਖ ਨਹੀਂ ਸਕਦਾ। ਹਾਂਜੀ, ਇਸੇ ਤਰ੍ਹਾਂ ਅਸੀਂ ਬੜੇ ਚੰਗੀ ਕਿਸਮਤ ਵਾਲੇ ਹਾਂ। 10 ਗੁਰੂ ਸਾਹਿਬਾਂ ਨੇ ਸਾਨੂੰ ਜਿੱਥੇ 11ਵੇਂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੁੱਗੋ ਜੁਗ ਅਟਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨਾਲ ਜੋੜਿਆ। ਉੱਥੇ ਨਾਲ ਸਾਨੂੰ ਇਹ ਵੀ ਸਿਧਾਂਤ ਦਿੱਤਾ ਵੀ ਤੁਸੀਂ ਜੇ ਭੈ ਰੱਖਣਾ ਤਾਂ ਰੱਬ ਦਾ ਭੈ ਰੱਖਣਾ। ਫਿਰ ਸਾਰੇ ਸਮਾਜ ਦੀ ਸੇਵਾ ਕਰਨ ਵਾਸਤੇ ਖੜੇ ਕਰ ਦਿੱਤਾ। ਹਾਂਜੀ, ਵੇਖੋ ਇਹ ਪਹਿਲਾ ਧਰਮ ਹੈ ਜੀ। ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ, ਸਭ ਤੋਂ ਪਹਿਲੇ ਅਸੀਂ ਜੋੜਿਆਂ ਦੀ ਸੇਵਾ ਕਰਦੇ ਹਾਂ। ਹਰ ਗੁਰਦੁਆਰੇ ਬੀਬੀਆਂ, ਵੀਰ, ਭੈਣ, ਭਰਾ, ਬੱਚੇ ਜੋੜੇ ਸਾਫ਼ ਕਰਨਗੇ। ਜਦੋਂ ਤੁਸੀਂ ਜੋੜੇ ਸਾਫ਼ ਕਰਦੇ ਹੋ ਤਾਂ ਉਦੋਂ ਤੁਹਾਡੇ ਮਨ 'ਚੋਂ ਜਿਹੜੀ ਹਉਮੈ ਹੈ ਨਾ, ਹੰਕਾਰ, ਉੱਚੀ ਜਾਤ ਦਾ, ਉਹ ਖਤਮ ਹੋ ਜਾਂਦਾ। ਫਿਰ ਉਸ ਦੇ ਬਾਅਦ ਅਸੀਂ ਝਾੜੂ ਫੇਰਦੇ ਹਾਂ, ਉਹਦੇ ਨਾਲ ਵੀ ਹੰਕਾਰ ਖਤਮ ਹੋ ਜਾਂਦਾ। ਫਿਰ ਲੰਗਰ ਦੀ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਕਰਦੇ ਹਾਂ। ਫਿਰ ਅਸੀਂ ਪ੍ਰਸ਼ਾਦ ਬਣਾਉਣ ਦੀ ਵੀ ਸੇਵਾ ਕਰਦੇ ਹਾਂ। ਫਿਰ ਅਸੀਂ ਅੰਦਰ ਬਹਿ ਕੇ ਪਾਠ ਕਰਦੇ ਹਾਂ। ਇਹ ਜਿਹੜਾ ਸਿਧਾਂਤ ਇੱਕ ਬਣਾਤਾ ਵੀ ਤੁਹਾਡੇ ਮਨ ਵਿੱਚ ਇਹ ਜੇ ਭਰਮ ਕੱਢ ਦਿਓ ਕਿ ਤੁਸੀਂ ਉੱਚੀ ਜਾਤ ਦੇ ਹੋ ਜਾਂ ਨੀਵੀਂ ਜਾਤ ਦੇ ਹੋ। ਕਿਸੇ ਵੀ ਭਰਮ ਭੁਲੇਖੇ ਦਾ ਉੱਥੇ ਜਦੋਂ ਸੰਗਤ 'ਚ ਬੰਦਾ ਬਹਿੰਦਾ ਹੈ ਨਾ, ਮੈਂ ਕਈ ਵਾਰੀ ਗੱਲ ਕਰਦਾ ਨਾ, ਕਈ ਵਾਰੀ ਸਿੱਖਾਂ ਨੂੰ ਵੀ ਭੁਲੇਖਾ ਹੈ ਸੰਗਤ ਦੇ ਵਿੱਚ ਵੀ ਨਾ। ਇੱਕ ਕੀਰਤਨੀਏ ਦੀ ਸਟੇਜ ਹੁੰਦੀ ਆ, ਇੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਆ, ਉੱਥੇ ਮੇਰਾ ਚੌਰ ਵਾਲਾ ਸਿੰਘ ਬਹਿੰਦਾ ਆ। ਇਸੇ ਤਰ੍ਹਾਂ ਹੀ ਕੋਈ ਮੇਰਾ ਕਥਾਵਾਚਕ ਚੰਗਾ ਸਿਆਣਾ ਆ ਕੇ ਬਹਿ ਗਿਆ, ਇਹਦਾ ਸੰਗਤ ਆ। ਲੇਕਿਨ ਜੇ ਦੇਖਿਆ ਜਾਵੇ ਉਹਦੇ ਵਿੱਚ ਕੋਈ ਆਪੋ ਆਪਣੀ ਬੰਦੇ ਦੀ ਡਿਊਟੀ ਸਿਆਣਪ ਦੀ ਆ। ਕਥਾਵਾਚਕ ਸਿਆਣਾ ਆ, ਉਹ ਆਪਣੀ ਗੱਲ ਦੱਸ ਰਿਹਾ ਹੈ, ਕੀਰਤਨੀ ਆਪਣੀ ਗੱਲ ਦੱਸ ਰਹੇ ਆ। ਲੇਕਿਨ ਊਚ ਨੀਚ ਕੋਈ ਨਹੀਂ, ਦਰਬਾਰ ਦੇ ਵਿੱਚ ਕੋਈ ਉੱਚਾ ਨਹੀਂ। ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤਾਈਂ, ਸਾਰੀਆਂ ਪਦਵੀਆਂ ਤੋਂ ਲੈ ਕੇ ਡਿਊਟੀਆਂ ਤੱਕ ਸਾਰਿਆਂ 'ਚ ਇੱਕ ਰਸ ਆ, ਇੱਕੋ ਰਾਹ ਆ, ਇੱਕੋ ਹੀ ਮਕਤਾਰ ਆ, ਇੱਕੋ ਹੀ ਉਚਾਈ ਆ। ਕੋਈ ਉਹਦੇ ਵਿੱਚ ਨਵਾਈ ਵਾਲੀ ਗੱਲ ਕੋਈ ਨਹੀਂ ਹੈ। ਉਹਦੇ 'ਚ ਕੋਈ ਸੰਗਤ ਵਿੱਚ ਕੋਈ ਉੱਚਾ ਨਾ ਮਿਲੇ। ਉੱਥੇ ਵੀ ਨਾ ਇੱਕ ਸਿੱਖਾਂ ਦੇ ਵਿੱਚ ਇਸ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਸਿੱਖਾਂ ਨੂੰ ਸਮਝਣਾ ਚਾਹੀਦਾ। ਉੱਥੇ ਵੀ ਕਈ ਵਾਰੀ ਕੋਈ ਸੰਤ ਡਿਗਰੀ ਲਾਉਣ ਵਾਲਾ ਕਿਤੇ ਮੱਥਾ ਟੇਕਣ ਆ ਜਾਵੇ ਨਾ, ਤੇ ਕਈ ਜਿਹੜੇ ਉਹਦੇ ਉਪਾਸ਼ਕ ਆ ਉਹ ਸੰਗਤ ਦਾ ਧਿਆਨ ਤੋੜ ਦੇਣਗੇ। ਇਹ ਬਹੁਤ ਵੱਡਾ ਗੁਰੂ ਦਰਬਾਰ ਦੇ ਵਿੱਚ ਅਪਰਾਧ ਆ। ਹਾਂਜੀ, ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ। ਗੁਰੂ ਦਰਬਾਰ ਦੇ ਵਿੱਚ ਬੱਚਾ ਜਾਂ ਗੁਰੂ ਦਰਬਾਰ 'ਚ ਬਜ਼ੁਰਗ ਆ, ਗੁਰੂਆਂ 'ਚ ਕਿਸੇ ਵੀ ਪਦਵੀ 'ਤੇ ਬੰਦਾ ਬੈਠਾ, ਕਿਸੇ ਵੀ ਡਿਊਟੀ 'ਤੇ ਬੈਠਾ ਆ, ਉਹਨਾਂ ਦੀ ਇੱਕੋ ਜਿਹੀ ਸਮਾਨਤਾ, ਸਾਰੀ ਇੱਕੋ ਜਿਹੀ ਹੋਂਦ ਆ। ਉਹਦੇ 'ਚ ਕੋਈ ਵੱਡਾ ਛੋਟਾ ਨਹੀਂ, ਤੇ ਨਾ ਵੱਡਾ ਛੋਟਾ ਕਹਿਣ ਦੇ ਵਿੱਚ ਸਾਨੂੰ ਕੋਈ ਹਰਖੀ ਹੋਣਾ ਚਾਹੀਦਾ। ਸਾਨੂੰ ਸਗੋਂ ਬੜੇ ਮਾਣ ਨਾਲ ਕਹਿਣਾ ਚਾਹੀਦਾ ਆ ਵੀ ਇੱਥੇ ਸਾਰੇ ਬਰਾਬਰ ਆ, ਬਿਲਕੁਲ ਹੀ ਬਰਾਬਰ ਆ। ਹਾਂਜੀ, ਨਹੀਂ ਜੀ, ਸਾਨੂੰ ਦੇਖੋ ਇੱਕ ਗੱਲ ਸਿੱਖ ਨੂੰ ਇਹ ਮੰਨ ਲੈਣੀ ਚਾਹੀਦੀ ਆ, ਜੋ ਹੋ ਰਿਹਾ ਰੱਬ ਦੇ ਪਾਣੇ 'ਚ ਹੈ। ਜੋ ਹੋਇਆ
ਉਹ ਵੀ ਰੱਬ ਦੇ ਪਾਣੇ 'ਚ ਆ, ਜੋ ਹੋਏਗਾ ਉਹ ਵੀ ਰੱਬ ਦੇ ਪਾਣੇ 'ਚ। ਜੇ ਅਸੀਂ ਇਹ ਤਿੰਨ ਗੱਲਾਂ ਤੇ ਵਿਸ਼ਵਾਸ ਰੱਖ ਲਈਏ ਵੀ ਜੋ ਪ੍ਰਮਾਤਮਾ ਤੋਂ ਕਰ ਰਹੇ ਹਾਂ ਅਸੀਂ ਖੁਸ਼ ਹਾਂ, ਤੇ ਫਿਰ ਦੁੱਖ ਰਹਿੰਦੇ ਹੀ ਨਹੀਂ। ਦੇਖੋ ਜਿਹੜਾ ਰੱਬ ਦਾ ਭਾਣਾ ਵੀ ਨਾ, ਗੁਰੂ ਸਾਹਿਬ ਨੇ ਮੇਰਾ ਵੀ ਇਸ ਭਾਣੇ ਨੂੰ ਪੱਕਾ ਕਰਨ ਵਾਸਤੇ ਤੱਤੀ ਤਵੀ ਤੇ ਬੈਠ ਕੇ ਦੱਸਿਆ ਨਾ ਵੀ ਭਾਣਾ ਇਦਾਂ ਮੰਨੀ ਦਾ। ਬਿਲਕੁਲ। ਹੁਣ ਹਰ ਬੰਦੇ ਨੇ, ਹਰ ਸਿੱਖ ਨੇ ਉਹ ਉਨੀ ਸਖਤੀ ਤੇ ਸਹਿਣੀ ਉਦਾਂ ਦਾ ਕੌਣ ਹੋ ਸਕਦਾ? ਗੁਰੂ ਸਾਹਿਬ ਨੇ, ਸ਼ਹੀਦਾਂ ਦੇ ਸਰਤਾਜ ਸੀ, ਨੇ ਇਹ ਤੇ ਕਹਿ ਦਿੱਤਾ ਨਾ ਵੀ ਭਾਣਾ ਇਦਾਂ ਮੰਨੀ ਦਾ। ਇਸ ਕਰਕੇ ਭਾਣੇ ਤੋਂ ਬਿਨਾਂ ਹੋਰ ਕੋਈ ਸਾਰੇ ਗੁਰੂ ਸਾਹਿਬ ਮੰਨੇ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕੋਈ ਅੱਜ ਤੱਕ ਦੁਨੀਆ 'ਚ ਇਦਾਂ ਦਾ ਪ੍ਰਾਪਤ ਹੋਏਗਾ ਜਿਹਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚੇ ਸ਼ਹੀਦ ਕਰਾਏ? ਹੈ ਕੋਈ ਦੁਨੀਆ 'ਚ ਇਦਾਂ ਦਾ? ਦੇਖੋ ਫਿਰ ਉਹਨਾਂ ਨੇ ਇਹੀ ਕਹਿਤਾ ਵੀ ਇਹ ਅਕਾਲ ਪੁਰਖ ਦੀ ਦਾਸ ਸੀ, ਅਕਾਲ ਪੁਰਖ ਨੇ ਲੈ ਲਈ। ਫਿਰ ਉਹਦੇ 'ਚ ਆਪਣੀ ਉਹਨਾਂ ਦੇ ਗੁਰੂ ਸਾਹਿਬ ਨੇ ਕੋਈ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ, ਰੱਬ ਤੇ ਗਿਲਾ ਨਹੀਂ ਕੀਤਾ। ਇਹਦੇ ਨਾਲ ਨਾ ਬੜੀ ਸ਼ਕਤੀ ਮਿਲਦੀ ਨਾ, ਸਿਧਾਂਤ ਦੇ ਨਾਲ ਬੰਦਾ ਬਹੁਤ ਤਕੜਾ ਹੁੰਦਾ ਹੈ। ਬੰਦੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ, ਜਿੱਥੋਂ ਮਰਜ਼ੀ ਵਿਛੋੜੇ ਪੈ ਜਾਣ, ਫਿਰ ਤੁਸੀਂ ਉਸੇ ਸਿਧਾਂਤ ਦੇ ਤੌਰ ਤੇ, ਜੇ ਸਿਧਾਂਤ ਤੁਹਾਨੂੰ ਚੇਤੇ ਆ, ਤੁਸੀਂ ਉੱਥੇ ਫਿਰ ਲਾਠਾਂ ਨੂੰ ਉਦਾਂ ਹੀ ਖੜੇ ਆ। ਦੇਖੋ ਇਹ ਚੀਜ਼ਾਂ ਜਿਹੜੀਆਂ ਨਾ, ਉਹ ਜੇ ਤੁਸੀਂ ਖੜੇ ਆ ਤੇ ਸਮਾਜ ਦੇ ਵਿੱਚ ਤੁਸੀਂ ਲਾਠਾਂ ਨੂੰ ਖੜੇ ਆ, ਗੁਰਮਤਿ ਸਿਧਾਂਤ ਨਾਲ ਖੜੇ ਆ, ਤੇ ਤੁਸੀਂ ਕਿਸੇ ਨੂੰ ਦੇਣ ਕੋਈ ਦੇ ਸਕਦੇ ਆ, ਕਿਸੇ ਦਾ ਭਲਾ ਕਰ ਸਕਦੇ ਆ, ਕਿਸੇ ਦੀ ਬਾਹ ਫੜ ਸਕਦੇ ਆ, ਕਿਸੇ ਤੇ ਜ਼ੁਲਮ ਹੁੰਦਾ ਰੋਕ ਸਕਦੇ ਆ। ਸਿੱਖਾਂ ਦੀ ਪਰੰਪਰਾ ਹੀ ਰਹੀ ਆ ਨਾ, ਸਿੱਖ ਤੇ ਜੰਮਿਆ ਜ਼ੁਲਮ ਨੂੰ ਮਾਰਨ ਵਾਸਤੇ। ਉਹ ਬਲ ਸਾਹਿਬ ਜਿਹੜਾ ਜਦੋਂ ਦੇ ਸਾਧ ਆਏ ਆ, ਇਹ ਪਰੰਪਰਾ ਨੂੰ ਖਤਮ ਕਰਨ ਲਈ ਤੁਰੇ ਹੋਏ। ਇਹਨਾਂ ਨੇ ਕਰਨਾ ਕੱਖ ਨਹੀਂ ਨਾ। ਦੇਖੋ ਨਾ 1984 ਵੇਲੇ ਜਰਨੈਲ ਸਿੰਘ ਤੋਂ ਬਿਨਾਂ, ਈਵਨ ਜਰਨੈਲ ਸਿੰਘ ਨੂੰ ਹੀ ਸੰਤ ਕਹਿੰਦੇ ਸੀ, ਉਹ ਆਪ ਕਹਿੰਦੇ ਮੇਰੇ ਤੋਂ ਇੱਕ ਵਾਰੀ ਉਹਨੇ ਇਹ ਵੀ ਕਹਿਤਾ ਸੀ, ਕਹਿੰਦੇ ਮੈਨੂੰ ਜਿਹੜਾ ਸੰਤ ਦਾ ਸਰਟੀਫਿਕੇਟ ਦਿੱਤਾ ਮੇਰੇ ਤੋਂ ਲੈ ਜਾਓ, ਹੈ ਕਹਿੰਦੇ ਜਿਹਨੂੰ ਚਾਹੀਦਾ। ਲੇਕਿਨ ਇਹਨਾਂ ਇਸ ਲਾਣੇ ਨੇ, ਇਹ ਸੰਤ ਜਰਨੈਲ ਸਿੰਘ ਨੂੰ ਵੱਡੀਆਂ ਉਮਰਾਂ ਦੇ ਆ, ਇਹਨਾਂ ਦੇ ਸਾਹਮਣੇ ਸਭ ਕੁਝ ਹੋਇਆ, ਇਹਨਾਂ ਨੇ ਕਿਸੇ ਨੇ ਸਾਥ ਦਿੱਤਾ, ਕੋਈ ਨਾਲ ਖੜਿਆ। ਔਰ ਈਵਨ ਬਾਹਰਲੇ ਮੁਲਕਾਂ ਦੇ ਵਿੱਚ ਵੀ 10-12 ਸਾਲ ਤੱਕ ਇਹਨਾਂ ਨੇ ਕਿਤੇ ਪੈਰ ਨਹੀਂ ਪਾਇਆ। ਹੁਣ ਇਹ ਖੁੰਬਾਂ ਵਾਂਗੂ ਤੁਰੇ ਫਿਰਦੇ ਆ, ਔਰ ਲੁੱਟ ਜਿਹੜੀ ਸੁੱਧੀ ਚੱਲਦੀ ਆ। ਦੇ ਤੇਰੇ ਦੇ ਮੇਰਾ ਵੀ ਇੱਕ ਕਿਸਮ ਦਾ ਕੋਈ ਲੇਖਾ ਚੋਖਾ ਨਹੀਂਗਾ। ਜੇ ਆਪਾਂ ਉਦੋਂ ਵੀ ਅੱਗੇ ਵੀ ਗੱਲ ਕੀਤੀ ਸੀ ਵੀ ਜੇ ਸਭ ਤੋਂ ਜ਼ਿਆਦਾ ਮੇਰਾ ਐਥਨਿਕ ਮਿਨੋਰਿਟੀ ਕਮਿਊਨਿਟੀ ਮਨੀ ਲਾਂਡਰਿੰਗ ਕਰ ਰਹੇ ਆ ਨਾ, ਇਹ ਲੋਕ ਕਰ ਰਹੇ ਆ। ਔਰ ਕਾਨੂੰਨ ਗੈਰ ਕਾਨੂੰਨੀ ਤੌਰ ਤੇ ਕੋਈ ਸਾਧ ਪੈਸਾ ਥਰੂ ਬੈਂਕ ਤੇ ਭੇਜਦਾ ਹੀ ਨਹੀਂ ਜੀ। ਇਹਨਾਂ ਚੇਲੇ ਬਾਲ ਕੇ ਉਹਨਾਂ ਜਿੰਨੇ ਸ਼ਾਗਿਰਦ ਆ ਉਹਨਾਂ ਨੂੰ ਦੱਸ ਜਾਂਦੇ ਆ ਵੀ ਤੁਸੀਂ ਆ ਪੈਸਾ ਇੱਥੇ ਵਰਤ ਲਓ, ਜੇ ਲੋੜ ਪੈ ਗਿਆ ਇੰਡੀਆ ਤੋਂ ਲੈ ਲਾਂਗੇ। ਇਹ ਕਰਪਸ਼ਨ ਆ ਨਾ ਸਾਰੀ। ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਜੀ, ਇਹ ਗੁਰਦੁਆਰਾ ਮੀਰੀ ਪੀਰੀ ਸਾਹਿਬ ਦਾ ਲੈ ਕੇ ਹਰ ਹਫ਼ਤੇ 2 ਵਾਰੀ ਤੁਹਾਡੇ ਸਨਮੁਖ ਹਾਜ਼ਰ ਹੁੰਦੇ ਹਾਂ ਜੀ। ਸ਼ੁੱਕਰਵਾਰ 8:30 ਤੋਂ 9:30 ਔਰ ਸੋਮਵਾਰ 9:15 ਤੋਂ ਸ਼ਾਮੀ 10:15 ਵਜੇ MA TV 793 ਦੇ ਉੱਤੇ ਇਹ ਤੁਸੀਂ ਦੇਖ ਰਹੇ ਹੋ ਜੀ। ਔਰ MA TV ਫ੍ਰੀ ਸੇਵਾ ਸੰਗਤਾਂ ਦੀ ਕਰਦਾ ਹੈ। ਇਸ ਕਰਕੇ ਅਸੀਂ ਹੁਣ ਸੋਮਵਾਰ 9:15 ਤੋਂ 10:15 ਤੁਹਾਡੇ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। That'll be $4.99, ma'am. There you go. Thank you. And have a great day. Well, what about my change? What can you get with 1p? I called to my mum who lives in India. You don't believe me? Mum! Hi, Beta. How are you? Call India Landlines and Mobiles for only 1 pence per minute. Order your free SIM at likeamobile.co.uk today. Now, Brian, Confused.com want you to deliver £1 million to some lucky person. That's right, £1 million. So go find the winner. £1 million? Wow! Yes, the £1 million mega draw is here. Win £1 million or a weekly prize of £10,000. For your chance to enter, buy your car, home, life or travel insurance through Confused.com.
मैं ਤੁਹਾਡਾ ਹਰਜਾਪ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRIਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ So let's talk with Harjap. Hi everyone, I'm Shah Rukh Khan. सजदे सर झुकता है यारा मैं क्या करूं तुझ में रब दिखता है यारा मैं क्या करूं Keep watching MATV. Surprisingly, we've always wanted to do a Bollywood show where we bring the stars to life. You know, I've been a massive Bollywood fan, and growing up, I remember when I was really young, I watched the show in Wembley Stadium, and I remember like loads of Bollywood stars there. I just want to bring that back to life. So, Showstoppers actually came about last year. And how long have you been in preparations for this, in the sense of rehearsals, getting everything coordinated, getting your sponsors on board? You know, our sponsors and investors have been really supportive of us the whole time, you know, because they've seen our vision. We're actually a dance company who create these sort of productions. Aside from that, it's just, you know, it's been about 6 months working on this one. Well, it's quite commendable when you think, okay, I want to put on a big show, and what should I go for? O2. Oh, what should I do? Get some big Bollywood stars. Was it easy booking such a big venue and then going, let me talk to some of these stars? What happened? Was it the chicken or the egg? This is our third time at O2. So our first one was in 2012 when we did Atifaslam. The following year we did Bipasha, Malaika, Shan and Atif, which was a success as well. So this year now we're going for it. And we've probably got my dream team. This is the team who I've been wanting to get together. Well, we're going to hear from your dream team because we're going to find out exactly what it was like to be working with you. But ladies and gentlemen, just with a pure mind of achieving what you have, a round of applause for Naz, please. Right, are you ready to hear from some of the stars who are going to be taking part in the Bollywood Showstoppers? Yes! So, thank you very much. I think we should invite ladies first. You should ladies first. She's stunning. She's from Sri Lanka originally. And she has single-handedly, terribly conquered Bollywood. Please put your hands together for Jacqueline Fernandez. Next up, it is Mr. Ali Zafar. Oh, you have to squeeze yourself here. And finally, but not least, it is Shahid Kapoor. Welcome, guys. Thank you. How are you guys? You're not jet lagged or anything like that? I am. You're ready to answer some complicated questions? I'm jet lagged. Are you? We're going to have to pass the mic around when we do speak. Not that one, Shahid, right up this there. one. Shahid is slurring. I am jet lagged. And Ali, you are? He's totally fresh. He's, yeah, I don't know how. We're dying. What a fantastic shot. I want it. Let's talk about the show first, please. Firstly, guys, a question to each of you. How did you get involved with the Showstoppers, Jacqueline? Well, actually, this, we had closed in on this, I think, last month. And very exciting. I know it happened last year. It was a huge success. And yeah, I mean, I'm very excited. My first time I'm performing in London, and that too in such a big way. So what about you? Sorry, what was the question? Good evening. It's how did I get involved with what? That's a scary question. Be specific. Or what you're talking about, please.
With the showstoppers. With the showstoppers? Yes. Well, I think it's a fantastic opportunity for all of us to perform here. I was just told apparently that we haven't had a show this size for the last 9 or 10 years, and it's been a while since a lot of Indian actors came together and performed in London, and apart from all the pressure that made us feel, it's great to know that you know, people want to see a performance from Indian actors here, and I'm very excited. This is the first time I'm performing at the O2, and we really want to give the audience a fantastic time. We want to entertain them, we want to give them the best of whatever it is that we can, and yeah, so I'm really looking forward to it, and why would I not want to do Showstoppers? It's killer. Yes. And Ali, for you? You get to wear loads of flowery shirts when it looks like. Yeah. He's excited. I think I got a call, I asked for some money, I got it, I came. Yeah, it's that simple. But it had been a while since I came here to perform, and I performed in London many years ago actually. It's been a while. And since I sing, I like to perform on stage, and I think that's one place where you really get to connect to all the fans and everybody. So this was one good opportunity, and also the opportunity to work with such awesome, great colleagues and performers. I hope that we should make the best out of this opportunity for all of the viewers and everybody. Now we know everyone's got loads of questions out there, but before we open it up to everyone, quick question about working with Naz. Was it easy to kind of do difficult to work with? Is he a horrible choreographer that goes, do this, do this? What were the rehearsals like, and when did you have your bust downs? That's what we really want to know. Do you want us to speak for him? You know, you can say whatever you like. So after all that you did to us during rehearsals, this is our time to get back at you. Yes. Even though he wasn't... He's rather particular about how he likes things done. And I actually really like that about him. And I think we had a little bit of time back home, and we're going to have a lot more time here to spend together. He's extremely talented, extremely focused, and extremely passionate. And I feel there's a lot that he's going to bring to this show and add to this show. I'm sure there's a lot that he'll bring to me as a dancer, because it's something different that I'm doing with him. So I'm really excited, and I guess because you have the dance troupe that you do, and you have the qualifications that you do, this show is happening, so thank you. Yeah. Would you like to go answer that? Because we'd like to know your experience for rehearsals. I think definitely one of the nicest choreographers I've met. I mean, that way he was extremely sweet, and you know. Was he? He was really sweet. Yeah, he was extremely sweet. Like, what did I do seriously. to you, man? Like, I don't know. Like, I didn't hear a peep actually from him. It was like everything was, you know, I think really made really comfortable, and you know, we worked really well together. So that was a good experience. But yeah, I thought one of the nicest people I've ever worked with, actually. Jacqueline, from Rajan Pavlo, we have to ask you, we saw the video with the rehearsal as well. Where did you get those trainers with the high heels? Yeah, those are special ones. Especially right there. Yeah, and they're fantastic to rehearse in, because, you know, I think for us, dancing in heels kind of looks a lot better, and it's very challenging as well at the same time, but it just looks great. So did a lot of those rehearsals in heels, and yeah, it was looking good, right? Yeah. Raj wants to there. Lovely. I mean, what about for you? How was the rehearsal time for you? Yeah, I can't dance to save my life, so I sing. Yes, we're going to start with the rehearsals tomorrow with a band. I have a band coming in, and I'm going to be performing live, some live songs and all that, jam it out, some blues, some jazz and all that, some fusion, some songs from Coke Studio, some songs from my movies, and some songs from my album, popular album numbers. And plus, I think Naz does plan to make me shake it a little bit. Hope you do. Well, guys, we're going to open the questions up to you guys here. So I'll be coming around with the mic. You just introduce yourself, say where you're from. We'll take it from there. So I see a hand up there. Hold on, I won't show this one this time. Hello, Shahid and Jacqueline and Alizafar. Alizafar, I've met you before. Jacqueline, I've spoken to you from Sunrise Radio. Ah, okay. Quite a lot, so it's good to see me now. Yes. Shahid, I'm going to ask this question to you. Now, you're an amazing dancer, as we've seen in a lot of your movies, and the way you dance is just absolutely fabulous. Your career's quite long as a dancer. In terms of Bollywood showstoppers,
can you, without giving too much away, what kind of songs will you be dancing to, and will there be just solo performances, or will you be dancing with Jacqueline and Sonakshi as well? First of all, thank you so much. It's very kind words. Yes, without revealing too much. So to begin with, there will be a lot of songs. There will be a lot of dancing. Usually when one does shows, it's usually the songs that you've done from movies that you've had released in that specific year. That's how it usually functions. But because this is the first time, and I can speak on behalf of myself, and I'm sure Jacqueline will tell you about their performances. Because this is the first time that I'm performing live in London, I wanted to put songs out there which were representative of my entire career. So there will be a lot of songs that we will be doing, at least 6, 7. And this was obviously Naz's suggestion. He came in and he said that we must do songs that people have enjoyed in the past. This is the first time we're performing live here. So there will be a lot of songs. As far as the opportunity to work together is concerned, I'm sure there will be something, but I don't honestly want to commit to anything because I think it will take away from the experience. I think let's leave a little bit to surprise. Okay, will you be performing Sari Ki False? Most definitely. Thank you very much. Thanks. If I take the moment, Will you perform Sari Ka False. Firstly, welcome to London. It's lovely to see you here. Stop. My question is, how important do you think it is to have concerts like this, and why don't you do it as often? You know, like I said, this is the first time you've done it in London. You've been around for, I guess, your 8th year now, Shahid? Yeah. Okay. Right, so yeah, of course, you know, you've been around for 11 years. Why haven't you come more often, or why not having as many shows like that? And of course, how important is it to you? It's for all of you to understand. Sure. I don't know, man. I honestly ask the same question now that I'm here, and now that I see and I'm interacting with everybody, and I see that people seem to really want to see these kind of performances. I wonder why they didn't happen, but I'm happy that it's happening now. And it's happening, I think, at a fantastic venue. And I think the team that we have is a really nice, young, fun team. So I'm really excited to be sharing the stage with all these people. There's more to join. There's Mika and Sonakshi who will also join us. Unfortunately, they haven't reached here yet. I think they're getting in tomorrow or the day after. But yeah, I mean, I don't see any reason why it hasn't happened. I'm very happy to be here. I'm very happy to do this. And I'm sure if people enjoy this show, which we're trying our best to do, there will be a lot more of this, absolutely. Another question here. No, they still need to. They still need to finish. No, it's fine. You answered for us. Go on, Jacqueline, you can answer. Oh, really? Yeah. What's the question again? शुरू से answer करो. शुरू से. But Shahid pretty much, I think, answered that question for all of us. You know, I've actually performed in quite a few other countries as well, but yeah, London, this is a first for me. We've shot here a lot, but I think that's why it's just all the more exciting, because, you know, London is that big city. And, you know, but yeah, I hope this is, you know, one out of many more to come as well. It's exciting. Welcome to London. सबसे पहले मैं obviously अपनी जुबान में आपसे बात करूँगा. I'm from TV76 और GR Productions. आपके ये शो स्टाफर वेलकम टू लंदन के नैच चौधरी और जितने भी आपके शोज के प्रोड्यूसर हैं, इन्होंने इस शो के लिए बहुत मेहनत की. और मेरा हमेशा एक क्वेश्चन होता है जो मैं आपसे भी करूँगा कि यहाँ पे आप लोग आते हैं, ऑब्वियसली हमारे पाकिस्तान में और यहाँ पे जो हमारे पाकिस्तानी हैं वो आपकी पिक्चर्स को आपकी मतलब जाते हैं देखने के लिए, और आपके जितने भी शोज हैं ऑब्वियसली उनकी बड़ी एक कंट्रीब्यूशन होती है. तो मैं चाहूँगा स्पेशली आप जो पाकिस्तान में हमारे आपके व्यूअर्स हैं उनके लिए और यहाँ के जो लोग उनके लिए आप कुछ कहें, क्योंकि वो लोग सब आ रहे हैं. और आपकी सबसे बड़ी बात मैं आपको एक छोटे से सरप्राइज देना चाहता हूँ कि यहाँ मेरे साथ स्पेशली बहरीन के प्रिंस आए हैं आपके ये शो देखने के लिए. तो ही सिटिंग नेक्स्ट टू मी, और ये आपके और शनासी का सब बहुत बड़े फैन हैं. और मेरी हमेशा ये दुआ होती है, और हमारा ये जो कि हम ऑल्सो शो बिजनेस, कि जब भी कोई इतनी मेहनत करता है, स्पेशली नाज ने इसके लिए बहुत मेहनत की है, बहुत मेहनत की है. और मैं चाह रहा हूँ इसमें आपको कितने पैसे दिए हैं, इतनी तारीफ कर रहे हैं. मैं भी अपने लोगों को सुन लेता है क्राउड में. ये अगर पैसे से काम करता ना, फैमिली का मामला है. बहुत पहले मैं ये आपको डांस सिखाता है. क्योंकि जिस दिन से ये शो स्टार्ट हुआ, मैं उस दिन से इसकी और इसकी टीम को देखता हूँ. No, sure. आपको एक्चुअली सबके सामने आप कह रहे हैं, बहुत अच्छी बात है, आप लोगों को बता रहे हैं.
और ये ऐसी चीज़ें जो एज आर्टिस्ट लोगों को देखने को नहीं मिलती कि पर्दे के पीछे क्या होता है, ज़्यादातर वही नज़र आता है जो पर्दे के सामने होता है। बिल्कुल नाज ने बहुत मेहनत की है और हम सबको नाज पर बहुत नाज है। और for all the people who are here from the entire Asian community, चाहे वो पाकिस्तान हो, हिंदुस्तान हो, श्रीलंका हो, हम सब representatives आ चुके हैं यहाँ पे। पूरा, but honestly, just getting the kind of love and appreciation that one gets, जिस तरह का प्यार, जिस तरह की acceptance मिलती है, वो बहुत special लगती है। And I think जब भी मैं हिंदुस्तान से बाहर travel करता हूँ, it's almost like people are compensating for the fact that we're not at home. इतना प्यार मिलता है, जो घर पे मिलता है शायद उससे भी थोड़ा ज़्यादा enthusiasm महसूस होता है जब मैं travel करता हूँ। And I think all of us feel the same. तो बहुत ही खुशी है कि इतने सारे लोग आ रहे हैं और we promise you जितना नाज मेहनत कर रहा है, हम भी कोशिश करेंगे हम ना उतनी मेहनत तो possible नहीं है जितनी नाज कर रहे हैं, और उसके आसपास पहुँचने की कोशिश हम ज़रूर करेंगे। और the endeavor is that we all come together and give the audience an amazing experience. That's साड़ी के फॉल सा कभी मैच किया रे, कभी छोड़ दिया दिल, कभी कैच किया रे। साड़ी के फॉल सा कभी मैच किया रे, कभी छोड़ दिया दिल, कभी कैच किया रे। टच करके दिल से दिल guys, so you've got a bit of what you're going to be seeing. Our Bollywood showstoppers now. We've probably got time for one more question if anyone else has got a question, otherwise we've got a presentation that's going to take place. Are you happy with our questions? If it's that easy to yes? Right. So we're going to invite some of our sponsors up here now, and guys, you can come down one by one. But actually, before we do, can I just ask you something, Shani? We're hosting the show, and we've seen you host a number of shows. Can you have some tips? Or do you just kind of turn up overnight and just go, yeah, I'll be fine? Just steal the script, change all the lines, mute the teleprompter whenever the other guy is out there, and they'll only look at you. Good advice. Right. Could have our associate sponsors one by one to come down. Firstly, could we have Thanji from TradeNet to come down here, please? And Shani, if we can, there's a presentation for you, if you could come down. Thank you very much. Thank you very much, Shani, thank you. If you would proceed. If Raja Shah and Mohammed Hanif could come down for us, and Ali Zafirji, if you'd like to come. I usually don't jet lag like that. I thought going for a job would just make it better, but it if we could have Amir Ijaz and Mr. Mohilur to come here as well, please. Thank you very, very much, guys. Thank you very, very much for attending. Make sure you are at the event on Sunday. It's going to be great, we'll tell you. Only because Raj and I make do this. We're going to do this. Who did you give it to somebody? Probably more than these guys. How many costume changes have you got, Jacqueline? How many changes do I have? Yeah. 3. Okay, I'm going back to my wardrobe. I'm doing 7. Right, that's it. I think the final word should go to you guys. Just tell us why we should all be at Bollywood showstoppers. Well, I honestly feel that this is a very unique show because India, Sri Lanka, Pakistan, all together, Bangladesh,
all together, and we would request that all the Indians